Hello students, in our today's video we are discussing the ninth chapter of class plus 2 Gold in the North, which is written by Dom Marius। ਇਹ ਸਟੋਰੀ ਇਹ ਹੈ ਵੀ ਜਿਹੜਾ ਡੌਮ ਮੌਰੀਅਸ ਹੈ ਉਹ ਨੌਰਥ ਵੱਲ ਵਿਜ਼ਿਟ ਕਰਦੇ ਹੈ ਤੇ ਉੱਥੋਂ ਜੋ ਵੀ ਕੁਝ ਦੇਖਦੇ ਹੈ ਉਸ ਨੂੰ ਉਹਨਾਂ ਨੇ ਇੱਕ ਸਟੋਰੀ ਦਾ ਰੂਪ ਦਿੱਤਾ ਹੈ। ਸੋ ਲੈਟਸ ਬਿਗਿਨ ਵਿਦ ਇਟਸ ਸਮਰੀ। The writer drove into Rajasthan in the month of May। ਕਹਿੰਦੇ ਜਿਹੜਾ ਰਾਈਟਰ ਹੈ ਉਹ ਰਾਜਸਥਾਨ ਦੇ ਵਿੱਚ ਮਈ ਦੇ ਮਹੀਨੇ ਵਿੱਚ ਜਾਂਦੇ ਆ। ਦੇਖੋ ਆਪਾਂ ਨੂੰ ਪਤਾ ਹੈ ਰਾਜਸਥਾਨ ਕਿੱਦਾਂ ਦਾ ਏਰੀਆ ਹੈ ਜਿੱਥੇ ਬਿਲਕੁਲ ਵੀ ਪਾਣੀ ਨਹੀਂ ਹੁੰਦਾ ਹੈ ਨਾ। ਜਿਵੇਂ ਆਪਾਂ ਊਠ ਨੂੰ ਕਹਿੰਦੇ ਆ ਰਾਜਸਥਾਨ ਦੇ ਵਿੱਚ ਮਿਲਦਾ ਹੈ ਕਿਉਂਕਿ ਜਿਹੜਾ ਊਠ ਹੈ ਉਹ ਬਹੁਤ ਦਿਨ ਪਾਣੀ ਤੋਂ ਬਿਨਾਂ ਰਹਿ ਸਕਦਾ ਹੈ, ਤਾਂ ਹੀ ਉਹ ਰਾਜਸਥਾਨ 'ਚ ਜ਼ਿਆਦਾ ਮਿਲਦਾ ਹੈ ਕਿਉਂਕਿ ਰਾਜਸਥਾਨ ਦੇ ਵਿੱਚ ਜਿਹੜਾ ਵਾਟਰ ਹੈ ਉੱਥੇ ਉਹਦੀ ਕਮੀ ਹੁੰਦੀ ਆ। The heat of the summer season was unbearable। ਕਹਿੰਦੇ ਗਰਮੀ ਦੀ ਜਿਹੜੀ ਹੀਟ ਸੀਗੀ ਉਹ ਕੀ ਸੀਗੀ, ਅਸਹਿਨੀय ਸੀ। ਅਨਬੀਅਰੇਬਲ ਹੁੰਦੀ ਹੈ ਅਸਹਿਨੀय। The beads of rivers were dried up। ਜਿਹੜੇ ਨਦੀਆਂ ਦੇ ਪਾਣੀ ਸੀਗਾ ਠੀਕ ਹੈ ਕਿਨਾਰੇ ਸੀ ਉਹ ਕੀ ਸੀਗੇ, ਸੁੱਕ ਗਏ ਸੀਗੇ। Gust of hot wind swept the land। ਜਿਹੜੀ ਗਰਮ ਹਵਾ ਸੀਗੀ ਠੀਕ ਹੈ ਉਹਨੇ ਪੂਰੀ ਜਿਹੜੀ ਧਰਤੀ ਸੀ ਉਹਨੂੰ ਮਤਲਬ ਆਪਾਂ ਕਹਿੰਦੇ ਨਾ ਵੀ ਜਿਵੇਂ ਆਪਾਂ ਕਹਿੰਦੇ ਆ ਜਿਹੜੀ ਉੱਥੇ ਰੇਤ ਸੀਗੀ ਉਹ ਵੀ ਬਹੁਤ ਜ਼ਿਆਦਾ ਗਰਮ ਸੀਗੀ। ਪੀਕੌਕਸ ਮੂਵਡ ਅਬਾਊਟ ਇਨ ਬੇਰੀਅਨ ਫੀਲਡਸ। ਜਿਹੜੇ ਪੀਕੌਕ ਸੀਗੇ ਮੋਰ ਸੀਗੇ ਉਹ ਬਿਲਕੁਲ ਹੀ ਸੁੱਕੇ ਜਿਹੜੇ ਖੇਤ ਸੀ ਉਹਨਾਂ ਦੇ ਵਿੱਚ ਤਪਦੇ ਹੋਏ ਖੇਤਾਂ ਦੇ ਵਿੱਚ ਫਿਰ ਰਹੇ ਸੀਗੇ। Here and there camels ate the few leaves on roadside bushes। ਕਹਿੰਦੇ ਜਿਹੜੇ ਕੈਮਲਸ ਸੀਗੇ ਜਿਹੜੇ ਰੋਡ ਦੇ ਕਿਨਾਰਿਆਂ ਤੇ ਸੁੱਕੀਆਂ ਹੋਈਆਂ ਟਾਹਣੀਆਂ ਵਗੈਰੇ ਸੀ ਉਹ ਚੀਜ਼ਾਂ ਖਾ ਰਹੇ ਸੀ। Village women with water pots balanced on heads walked down the thorny path towards dry wells। ਕਹਿੰਦੇ ਜਿਹੜੇ ਪਿੰਡ ਦੀਆਂ ਔਰਤਾਂ ਸੀਗੀਆਂ ਉਹ ਪਿੰਡ ਤੋਂ ਦੂਰ ਕੰਡਿਆਂ ਵਾਲੇ ਰਸਤੇ 'ਚੋਂ ਜਾ ਕੇ ਪਾਣੀ ਲੈਣ ਲਈ ਮਤਲਬ ਬਹੁਤ ਦੂਰ ਦੂਰ ਜਾਂਦੀਆਂ ਸੀਗੀਆਂ। The heat of summer was intolerable। ਕਹਿੰਦੇ ਜਿਹੜੀ ਹੀਟ ਸੀਗੀ ਗਰਮੀ ਦੀ ਉਹ ਕੀ ਸੀਗੀ, intolerable ਸੀ। intolerable ਹੁੰਦਾ ਹੈ unbearable। ਇਹ ਦੋਨੇ ਸਿਨੋਨੀਅਮ ਹੈ ਇੱਕ ਦੂਜੇ ਦੇ, ਮਤਲਬ ਕਿ ਅਸਹਿਨੀय ਸੀਗੀ। There were trees and blue lakes in ਉਦੈਪੁਰ। ਹੁਣ ਜਿਹੜਾ ਰਾਈਟਰ ਹੈ ਇਹ ਇਸ ਤੋਂ ਪਹਿਲਾਂ ਉਦੈਪੁਰ ਰਹਿ ਕੇ ਆਇਆ ਹੈ, ਹੁਣ ਇਹ ਉਹਨਾਂ ਦੋਨਾਂ ਨੂੰ ਕੰਪੇਅਰ ਕਰ ਰਿਹਾ ਹੈ ਕਿ ਉਦੈਪੁਰ ਦੇ ਵਿੱਚ ਤਾਂ ਟਰੀਜ਼ ਵੀ ਸੀ ਤੇ ਬਲੂ ਲੇਕਸ ਵੀ ਸੀਗੀਆਂ। ਇਨ ਦ ਮਿਡਲ ਆਫ ਦ ਲੇਕ ਦੇਅਰ ਵਾਜ਼ ਅ ਲਗਜ਼ਰੀ ਹੋਟਲ ਇਨ ਔਨ ਐਨ ਆਈਲੈਂਡ। ਕਹਿੰਦੇ ਜਿਹੜੀ ਲੇਕ ਸੀਗੀ ਉੱਥੇ ਇੱਕ ਤਾਂ ਉਹਦੇ ਵਿਚਕਾਰ ਇੱਕ ਕੀ ਸੀਗਾ, ਬੜਾ ਹੀ ਵਧੀਆ ਹੋਟਲ ਸੀਗਾ ਆਈਲੈਂਡ ਤੇ। ਇਟ ਵਾਜ਼ ਅ ਪਲੀਜ਼ੈਂਟ ਸਪੋਟ, ਜਿਹੜੀ ਕਿ ਬੜੀ ਵਧੀਆ ਜਗ੍ਹਾ ਸੀਗੀ। ਸਮॉल ਪੈਰਾਕੀਟਸ ਵਿਸਲਡ ਐਂਡ ਡਿਪਡ ਡਾਊਨ ਟੂ ਡਰਿੰਕ। ਪੈਰਾਕੀਟਸ ਹੁੰਦੇ ਇੱਕ ਮਤਲਬ ਤੋਤੇ ਦੀ ਟਾਈਪ ਆ ਜਾਂਦੀ ਹੈ ਪੈਰਟਸ ਦੀ। ਕਹਿੰਦੇ ਜਿਹੜੇ ਛੋਟੇ ਛੋਟੇ ਪੈਰਟਸ ਸੀਗੇ ਉਹ ਉੱਥੇ ਵਿਸਲਸ ਲਾਉਂਦੇ ਤੇ ਪਾਣੀ ਪੀਣ ਲਈ ਨੀਚੇ ਝੁਕਦੇ ਸੀਗੇ। ਦ ਕੰਟਰੀ ਅਰਾਊਂਡ ਉਦੈਪੁਰ ਇਜ਼ ਡਰਾਈ। ਤੇ ਉਦੈਪੁਰ ਦੀ ਜਿਹੜੀ ਕੰਟਰੀ ਸੀਗੀ ਉਹਦੇ ਆਲੇ ਦੁਆਲੇ ਉਹ ਸਾਰਾ ਕੀ ਸੀਗਾ, ਡਰਾਈ ਸੀਗਾ, ਸੁੱਕਾ ਸੀਗਾ। ਟੂ ਦ ਨਾਰਥ ਆਫ ਇਟ there is no water at all in the Thar desert। ਕਹਿੰਦੇ ਜਿਹੜੇ ਉਹਦਾ ਨਾਰਥ 'ਚ ਥਾਰ ਡੈਜ਼ਰਟ ਸੀਗਾ ਉੱਥੇ ਬਿਲਕੁਲ ਵੀ ਪਾਣੀ ਨਹੀਂ ਸੀਗਾ। The author drove towards ਜੋਧਪੁਰ। ਜਿਹੜਾ ਆਥਰ ਸੀਗਾ ਉਹ ਜੋਧਪੁਰ ਵੱਲ ਜਾਂਦਾ ਹੈ। He came across scraggly herds of cattle and livestock। ਉਹ ਜਿਹੜੀਆਂ ਕੈਟਲਸ ਸੀਗੀਆਂ ਉਹਨਾਂ ਨੂੰ ਮਤਲਬ ਸੁੱਕਾਪਣ ਉਹਨਾਂ ਦਾ ਦੇਖਦਾ, ਠੀਕ ਹੈ। Trains of camels were taken along the burning road by hardy men। Trains of camel ਮਤਲਬ ਇਹ ਟ੍ਰੇਨ ਉਹ ਨਹੀਂ ਹੈਗੀ ਰੇਲ ਗੱਡੀ ਵਾਲੀ। ਦੇਖੋ ਤੁਸੀਂ ਜੇ ਕਦੇ ਦੇਖੋ ਨਾ ਜਦੋਂ ਕੈਮਲਸ ਦਾ ਝੁੰਡ ਜਾਂਦਾ ਹੈ ਤਾਂ ਉਹ ਇੱਕ ਟ੍ਰੇਨ ਬਣਾ ਕੇ ਜਾਂਦੇ ਆ। ਮੀਨਸ ਇੱਕ ਕੈਮਲ ਦੇ ਪਿੱਛੇ ਦੂਸਰਾ ਕੈਮਲ, ਦੂਸਰੇ ਦੇ ਪਿੱਛੇ ਤੀਸਰਾ ਕੈਮਲ। ਕਹਿੰਦੇ ਜਿਹੜੇ ਐਵੇਂ ਕੈਮਲਸ ਸੀਗੇ ਉਹ ਬਹੁਤ ਹੀ ਤਪਦੀ ਹੋਈ, ਬਰਨ ਹੁੰਦਾ ਜਿੱਥੇ ਬਰਨ ਹੁੰਦਾ ਜਲਾਉਣਾ, ਜਲਦੀ ਹੋਈ ਰੋਡ ਤੇ ਇੱਕ ਹਾਰਡੀ ਮੈਨ। ਹਾਰਡੀ ਮੈਨ ਕਿਹੜਾ ਹੁੰਦਾ ਹੈ, ਜਿਹੜਾ ਬਹੁਤ ਸਖਤ ਮਿਹਨਤ ਕਰਦਾ ਹੈ, ਠੀਕ ਹੈ, ਉਹਦੇ ਦੁਆਰਾ ਲਿਜਾਏ ਜਾ ਰਹੇ ਸੀਗੇ। ਆਫਟਰ ਥੀਸ came the carts with a few household possessions, women and children। ਕਹਿੰਦੇ ਉਸ ਤੋਂ ਬਾਅਦ ਕੁਝ ਕਾਰਟਸ ਨੂੰ
ਦੇ ਉੱਤੇ ਜਿਹੜੇ ਰੇਲ ਮਤਲਬ ਜਿਵੇਂ ਆਪਾਂ ਰੇਲ ਗੱਡੀ ਉਹ ਟਾਂਗੇ ਵਗੈਰਾ ਕਹਿ ਦਿੰਦੇ ਆ, ਉਹਨਾਂ ਦੇ ਉੱਤੇ ਵੂਮੈਨ ਤੇ ਬੱਚੇ ਮਤਲਬ ਸਾਰੇ ਜਣੇ ਆਪਣੇ ਘਰ ਦੀਆਂ ਚੀਜ਼ਾਂ ਲੈ ਕੇ ਜਾ ਰਹੇ ਸੀਗੇ। They were going down beyond Udaipur like refugees in search of pasture for their cattle and water। ਕਹਿੰਦੇ ਉਹ ਉਦੈਪੁਰ ਤੋਂ ਜਾ ਰਹੇ ਸੀਗੇ ਰਿਫਿਊਜੀਜ਼ ਦੀ ਤਰ੍ਹਾਂ। ਰਿਫਿਊਜੀ ਕੀ ਹੁੰਦੇ ਨੇ? ਜਿਹੜੇ ਆਪਣੀ ਕੰਟਰੀ ਤੋਂ ਦੂਸਰੀ ਕੰਟਰੀ ਜਾ ਕੇ ਰਹਿਣ ਲੱਗ ਜਾਂਦੇ ਨੇ, ਠੀਕ ਹੈ, ਮਤਲਬ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਹੈ, ਲਾਈਕ ਉਹ ਲੋਕ ਹੁੰਦੇ ਨੇ। ਤੇ ਕਹਿੰਦੇ ਉਹ ਰਿਫਿਊਜੀਜ਼ ਦੀ ਤਰ੍ਹਾਂ ਆਪਣੇ ਦੇਸ਼ ਤੋਂ ਉਦੈਪੁਰ ਤੋਂ ਦੂਰ ਜਾ ਰਹੇ ਸੀਗੇ ਤਾਂ ਕਿ ਆਪਣੇ ਕੈਟਲਸ ਨੂੰ ਪਾਣੀ ਤੇ ਮਤਲਬ ਖਾਣਾ ਦੇ ਸਕਣ। ਅਰਾਊਂਡ ਦ ਫੋਰਟ ਆਫ ਜੋਧਪੁਰ ਔਨ ਦ ਹਿਲ has sprung up a new city। ਕਹਿੰਦੇ ਜੋਧਪੁਰ ਦੀ ਪਹਾੜੀਆਂ ਤੇ ਇੱਕ ਨਵੀਂ ਸਿਟੀ ਸੀ ਜਿਹੜੀ ਉਹ ਬਣੀ ਹੋਈ ਸੀ। the desert lay beyond it। ਤੇ ਜਿਹੜਾ ਉਹ ਡੈਜ਼ਰਟ ਸੀਗਾ, ਰੇਗਿਸਤਾਨ ਸੀਗਾ, ਉਹਦੇ ਤੋਂ ਪਰੇ ਸੀਗੀ। there were small clumps of scrub here and there। a hot wind with sand particles blew out of it। ਕਹਿੰਦੇ ਉੱਥੇ ਛੋਟੇ ਛੋਟੇ ਸਮੋਲ ਕਲੰਪਸ ਸੀਗੇ, ਜਿਵੇਂ ਮੈਂ ਕਹਿੰਦੇ ਨਾ ਰਗੜ ਹੋਣਾ, ਉਹ ਚੀਜ਼ ਸੀਗੀ। ਤੇ ਜਿਹੜੀ ਗਰਮ ਹਵਾ ਸੀਗੀ ਉਹਦੇ ਪਾਰਟੀਕਲਸ ਹਵਾ ਦੇ ਮਿੱਟੀ ਦੇ ਵਿੱਚ ਮਿਲ ਰਹੇ ਸੀਗੇ। ਐਟ ਦ ਐਜ ਆਫ ਦ ਸਿਟੀ herds of camels were tied to stunned trees। ਕਹਿੰਦੇ ਜਿਹੜੇ ਸਿਟੀ ਦੇ ਕਿਨਾਰਿਆਂ ਤੇ ਜਿਹੜੇ ਕੈਮਲਸ ਸੀਗੇ ਉਹ ਸੁੱਕੇ ਹੋਏ ਟਰੀਜ਼ ਦੇ ਕੋਲੇ ਸਟੈਂਡਡ ਹੁੰਦਾ, ਜਿਹਦੇ ਮਤਲਬ ਕੰਡਿਆਲੇ ਜਿਹੜੇ ਟਰੀਜ਼ ਸੀ ਉੱਥੇ ਉਹਨਾਂ ਨੂੰ ਬੰਨ੍ਹ ਦਿੱਤਾ ਗਿਆ ਸੀ। whirlwinds of sand were visible on the horizon। ਕਹਿੰਦੇ ਜਿਹੜੀ whirlwind ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, whirlwind ਹੁੰਦੀ ਹੈ, whirlpool ਹੁੰਦੀ ਹੈ, ਜਿਵੇਂ ਆਪਾਂ ਪਾਣੀ ਦੇ ਵਿੱਚ ਐਵੇਂ ਗੋਲ ਗੋਲ ਬਣਾ ਕੇ ਛੱਡ ਦਿੰਦੇ ਹਾਂ ਤਾਂ ਉਹ ਗੋਲ ਗੋਲ ਲਾਈਕ ਸਟਰਕਚਰ ਨਹੀਂ ਹੁੰਦੀ, ਉਹਨੂੰ whirlpool ਕਹਿੰਦੇ ਨੇ। whirlwind ਐਵੇਂ ਜਿਹੜੀ ਹਵਾ ਦੇ ਵਿੱਚ ਹੁੰਦੀ ਆ। ਕਹਿੰਦੇ ਉਹ ਹੌਰੀਜ਼ੋਨਟਲੀ ਸਾਰੇ ਕਿਤੇ ਦਿਖ ਰਹੀ ਸੀਗੀ। they were surrounded by the desert for the next 10 days। ਕਹਿੰਦੇ ਉਹ 10 ਦਿਨ ਉੱਥੇ ਡੈਜ਼ਰਟ ਦੇ ਵਿੱਚ ਫਸੇ ਰਹੇ। the blazing sun was very oppressive। ਜਿਹੜਾ ਤਪਦਾ ਹੋਇਆ ਸੂਰਜ ਸੀ ਉਹ ਬਹੁਤ ਕੀ ਸੀਗਾ, ਤੰਗ ਕਰ ਰਿਹਾ ਸੀਗਾ, ਉਹਨਾਂ ਨੂੰ ਡਿਸਅਪੁਆਇੰਟ ਕਰ ਰਿਹਾ ਸੀਗਾ। sand dunes were formed and drifted by the desert wind। ਕਹਿੰਦੇ ਜਿਹੜੇ ਸੈਂਡ ਡਿਊਨਸ ਸੀ, ਸੈਂਡ ਡਿਊਨਸ ਕੀ ਹੁੰਦਾ, ਜਿਹੜੇ ਮਿੱਟੀ ਦੇ ਮਤਲਬ ਲਾਈਕ ਟਿੱਲੇ ਟਾਈਪ ਬਣ ਜਾਂਦੇ ਆ ਜਦੋਂ ਜਿਵੇਂ ਆਪਾਂ ਰੇਗਿਸਤਾਨ 'ਚ ਜਾਂਦੇ ਹਾਂ ਤਾਂ ਉੱਥੇ ਮਿੱਟੀ ਦੇ ਇੱਕ ਵੱਡੇ ਵੱਡੇ ਐਵੇਂ ਕਰਕੇ ਉਹ ਨਹੀਂ ਬਣ ਜਾਂਦੇ ਟਿੱਲੇ ਟਾਈਪ, ਉਹ ਕਹਿੰਦੇ ਉਹ ਬਣੇ ਹੋਏ ਸੀਗੇ। they had to stop the car frequently to clear the heaped sand and replace the tire that had burst। ਕਹਿੰਦੇ ਉਹ ਜਦੋਂ ਵੀ ਕਾਰ 'ਚ ਜਾਂਦੇ ਤਾਂ ਜਦੋਂ ਹੀਪਡ ਸੈਂਡ, ਜਦੋਂ ਉਹ ਕਾਰ 'ਚ ਅੱਗੇ ਅੱਗੇ ਜਾਈ ਜਾਂਦੇ ਆ ਤਾਂ ਕਾਰ ਦੇ ਅੱਗੇ ਜਿਹੜੀ ਸੈਂਡ ਸੀ ਇਕੱਠੀ ਹੋਈ ਜਾਂਦੀ ਹੈ ਤਾਂ ਸੈਂਡ ਨੂੰ ਕਲੀਅਰ ਕਰਨ ਲਈ ਕਾਰ ਰੋਕਦੇ ਤੇ ਜਿਹੜਾ ਟਾਇਰ ਬਰਸਟ ਹੋ ਜਾਂਦਾ, ਖਰਾਬ ਹੋ ਜਾਂਦਾ, ਉਹਦੀ ਜਗ੍ਹਾ ਨਵਾਂ ਟਾਇਰ ਲਾਉਂਦੇ। ਸਮਟਾਈਮਸ ਦੇ ਪਾਸਡ ਬਾਈ ਦਾ ਹਰਡਸ ਆਫ ਲਾਈਵਸਟੌਕ ਮੂਵਿੰਗ ਸਾਊਥ। ਕਹਿੰਦੇ ਕਈ ਵਾਰ ਉਹ ਇੱਦਾਂ ਦੇ ਝੁੰਡ, ਹਰਡਸ ਹੁੰਦਾ ਝੁੰਡ, ਇੱਦਾਂ ਦੇ ਝੁੰਡ ਕੋਲੋਂ ਦੀ ਲੰਘਦੇ ਜਿਹੜਾ ਕਿ ਸਾਊਥ ਵੱਲ ਮੂਵ ਕਰ ਰਿਹਾ। there were small abundant villages under thorn trees in pools of shadow or near the distant railway line। ਕਹਿੰਦੇ ਉੱਥੇ there was a small abundant villages, ਉੱਥੇ ਛੋਟੇ ਜਿਹੇ abundant villages ਸੀਗੇ ਕੰਡਿਆਲੀ ਟਰੀਜ਼ ਦੇ ਨੀਚੇ, ਤੇ ਉੱਥੇ ਕੀ ਸੀਗਾ ਰੇਲਵੇ ਲਾਈਨ ਤੇ ਦੂਰ ਦੂਰ ਉਹ ਜਿਹੜੇ ਟਰੀਜ਼ ਸੀ ਤੇ ਕੰਡਿਆਲੀ ਸੀ, ਸੋ ਉੱਥੇ ਕੋਈ ਵੀ ਜਣਾ ਸ਼ੈਡੋ ਦੇ ਵਿੱਚ ਵੀ ਨਹੀਂ ਬੈਠਣਾ ਪਸੰਦ ਕਰਦਾ ਸੀ, ਕਿਉਂਕਿ ਜੇ ਬੈਠਾਂਗੇ ਉੱਥੇ ਤਾਂ ਕੀ ਹੋਊਗਾ, ਕੰਡੇ ਲੜਨਗੇ। they were isolated ਤੇ ਉਹ ਹੈਗੇ ਵੀ ਦੂਰ ਦੂਰ ਸੀਗੇ। a few still contained life, each had mud tanks and wells for the collection of rain water to grow crops and feed cattle। each ਦੇਖੋ ਕਿਹਨੂੰ ਡਿਨੋਟ ਕੀਤਾ ਗਿਆ, ਬੰਦਿਆਂ ਨੂੰ। ਕਹਿੰਦੇ ਉਹਨਾਂ ਨੇ ਉੱਥੇ ਕੁਛ ਖੂਹ ਬਣਾਏ ਸੀ, ਠੀਕ ਹੈ, ਟੈਂਕ ਬਣਾਏ ਸੀ ਤਾਂ ਕਿ ਜਦੋਂ ਵੀ ਮੀਂਹ ਆਵੇ ਤਾਂ ਉੱਥੇ ਮੀਂਹ ਦਾ ਪਾਣੀ ਇਕੱਠਾ ਹੋ ਸਕੇ, ਜਿਹੜਾ ਕਿ ਆਪਣੀਆਂ ਫਸਲਾਂ ਨੂੰ ਜਾਂ ਆਪਣੇ ਪਸ਼ੂਆਂ ਨੂੰ ਖਾਣ ਦੇ ਲਈ ਕੰਮ 'ਚ ਲਿਆ ਸਕਣ। the people who stayed behind were discouraged and defeated by the sun। ਕਹਿੰਦੇ ਜਿਹੜੇ ਲੋਕ ਪਿੱਛੇ ਬਚ ਜਾਂਦੇ ਸੀ, ਜਿਹੜੇ ਮਤਲਬ ਮੂਵ ਨਹੀਂ ਕੀਤੇ ਸੀਗੇ, ਉਹ
मतलब सन तो डिफीट हो जाते सीगे। दे वर लाइक द सर्वाइवर ऑफ अ शिपरैक। शिपरैक हुंदा समुंदरी जहाज, कहते वो समुंदरी जहाज की तरह सर्वाइव कर रहे सी, गुजारा कर रहे सी। देयर वॉज नथिंग देयर एक्सैप्ट वल्चर्स, स्कॉर्पियंस और एंटलोप्स। कहते उत्थे कुछ भी नहीं सीगा। वल्चर्स गिद्ध, स्कॉर्पियंस हुंदा बिच्छू, ते एंटलोप्स हुंदा जिहड़े 12 सिंह जिन्हों आपां हिरन लाइक ओह, ते कहते उन्हां तों इलावा होर कुछ भी नहीं सीगा। Even Jaisalmer with its temples, tombs and forts was enclosed by endless waves of sand। कहते ईवन जिहड़ा जैसलमेर सीगा ਉਹਦੇ ਜਿਹੜੇ ਟੈਂਪਲਸ ਸੀ, ਟੈਂਪਲ ਹੁੰਦਾ ਮੰਦਰ, ਟੋਮਸ ਹੁੰਦਾ ਜਿਹੜੇ ਮਕਬਰੇ, ਤੇ ਫੋਰਟਸ ਹੁੰਦਾ ਕਿਲੇ, ਉਹ ਸਾਰੇ ਮਿੱਟੀ ਦੇ ਨਾਲ ਕੀ ਹੋ ਗਏ ਸੀ, ਬੰਦ ਹੋ ਗਏ ਸੀ, ਢਕੇ ਗਏ ਸੀ। In one of the dunes, the author saw a heap of dry bones with a lonely vulture sitting upon them। ਕਹਿੰਦੇ ਡਿਊਨਸ ਮਤਲਬ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਜਿਹੜੇ ਮਿੱਟੀ ਦੇ ਟਿੱਲੇ ਜਿਹੇ ਹੁੰਦੇ ਨੇ। ਕਹਿੰਦੇ ਆਥਰ ਦੇਖਦਾ ਵੀ ਇੱਕ ਮਿੱਟੀ ਦੇ ਢੇਰ ਤੇ ਇੱਕ ਵਲਚਰ ਗਿੱਧ ਮਤਲਬ ਸੁੱਕੀ ਜੀ ਜਿਹਦੀਆਂ ਹੱਡੀਆਂ ਦਿਖਦੀਆਂ ਨੇ ਇੱਦਾਂ ਦੀ ਗਿੱਧ ਉੱਥੇ ਬੈਠੀ ਸੀ। ਐਟ ਹਿਜ਼ ਅਪਰੋਚ ਇਟ ਸਪਰੈਡ ਇਟਸ ਹਿਊਜ ਵਿੰਗਸ ਐਂਡ ਫਲਿਊ ਅਵੇ। ਕਹਿੰਦੇ ਜਦੋਂ ਪੋਇਟ ਰਾਈਟਰ ਉੱਥੇ ਜਾਣ ਲੱਗਿਆ ਤਾਂ ਉਹ ਆਪਣੇ ਜਿਹੜੇ ਉਹ ਸੀਗੇ ਵਿੰਗਸ ਸੀਗੇ, ਪੰਖ, ਉਹਨਾਂ ਨੂੰ ਖਿਲਾਰ ਲੈਂਦੀ ਹੈ ਅਤੇ ਉੱਡ ਜਾਂਦੀ ਹੈ। ਇਟ ਇਜ਼ ਸੈਡ ਦੈਟ ਵਨਸ ਦਿਸ ਸੈਂਡੀ ਪਲੇਸ ਵਾਜ਼ ਕਵਰਡ ਬਾਈ ਦ ਸੀ। ਕਹਿੰਦੇ ਕਿਹਾ ਜਾਂਦਾ ਵੀ ਕਿਸੇ ਟਾਈਮ ਇਹ ਜਿਹੜਾ ਮਿੱਟੀ ਵਾਲਾ ਏਰੀਆ ਸੀ ਇਹ ਸੀ ਸੀਗਾ, ਸਮੁੰਦਰ ਸੀ। ਆਰਕੋਲੋਜੀਕਲ ਡਿਸਕਵਰੀਜ਼ ਹੈਵ ਰਿਵੀਲਡ ਦੈਟ ਵੈਨ ਦ ਟਾਈਡ ਹੈਡ ਰਿਸੀਡਡ the Rajasthan plain was watered by a broad, slow river, the Saraswati, and a prosperous culture flourished there। ਕਹਿੰਦੇ ਆਰਕੋਲੋਜੀਕਲ ਦੱਸਦੇ ਨੇ ਕਿ ਇੱਕ ਟਾਈਮ ਜਦੋਂ ਇੱਥੇ ਜਿਹੜਾ ਮਤਲਬ ਜਿਹੜੇ ਸਮੁੰਦਰ ਦੀਆਂ ਲਹਿਰਾਂ ਸੀ ਜਿਹੜੇ ਉਹ ਸਲੋ ਹੋਣੀਆਂ ਸ਼ੁਰੂ ਹੋ ਗਈਆਂ, ਰਿਸੀਡਡ ਹੁੰਦਾ ਘਟਨਾ, ਡਿਕਰੀਜ਼ ਹੋਣਾ ਸ਼ੁਰੂ ਹੋ ਗਈਆਂ, ਤਾਂ ਜਿਹੜਾ ਰਾਜਸਥਾਨ ਪਲਾਨ ਹੈ ਉਹਨਾਂ ਨੇ ਕੀ ਕੀਤਾ, ਉੱਥੇ ਇੱਕ ਸਲੋ ਰਿਵਰ ਜਿਹੜੀ ਕਿ ਸਰਸਵਤੀ ਰਿਵਰ ਦਾ ਆਵਿਸ਼ਕਾਰ ਕੀਤਾ, ਤੇ ਮਤਲਬ ਸਰਸਵਤੀ ਰਿਵਰ ਨੂੰ ਉੱਥੋਂ ਦੀ ਕੱਢਿਆ, ਤੇ ਉੱਥੇ ਹੁਣ ਉਦੋਂ ਬਾਅਦ ਉਹ ਕੀ ਹੋ ਗਈ, ਬਹੁਤ ਧਾਰਮਿਕ, ਠੀਕ ਹੈ, ਲੋਕਾਂ ਦੇ ਲਈ ਕਲਚਰ ਵਾਲੀ ਰਿਵਰ ਹੈ ਉਹ। ਬਟ ਇਨ ਕੋਰਸ ਆਫ ਟਾਈਮ ਦ ਰਿਵਰ ਰੇਨ ਡਰਾਈ ਐਂਡ ਦ ਪਲੇਨ ਵਾਜ਼ ਚੇਂਜਡ ਇਨਟੂ ਅ ਡੈਜ਼ਰਟ। ਕਹਿੰਦੇ ਪਰ ਟਾਈਮ ਦੇ ਨਾਲ ਕੀ ਹੋ ਗਿਆ, ਰਿਵਰ ਡਰਾਈ ਹੋ ਗਿਆ, ਤੇ ਜਿਹੜਾ ਉਹ ਸਾਰਾ ਪਲੇਨ ਸੀਗਾ ਡੈਜ਼ਰਟ ਦੇ ਵਿੱਚ, ਰੇਗਿਸਤਾਨ ਦੇ ਵਿੱਚ ਚੇਂਜ ਹੋ ਗਿਆ। ਦ ਸੋਇਲ ਇਜ਼ ਬਿਟਰ ਐਂਡ ਸਾਲਟੀ। ਜਿਹੜੀ ਮਿੱਟੀ ਸੀਗੀ ਉਹ ਬਿਟਰ ਸੀ ਤੇ ਸਾਲਟੀ ਵੀ ਸੀ, ਨਮਕ ਵਾਲੀ ਸੀ। For long people have been living under rough and feminine condition। ਕਹਿੰਦੇ ਉਸ ਟਾਈਮ ਬਹੁਤ ਲੰਬੇ ਸਮੇਂ ਤੱਕ ਲੋਕ ਸੀ ਜਿਹੜੇ ਸੋਕੇ ਦੀ ਕੰਡੀਸ਼ਨ ਵਿੱਚੋਂ ਲੰਘੇ। The annual rainfall is between 4 and 10 inches। ਜਿਹੜੀ ਐਨੂਅਲ ਰੇਨਫਾਲ ਸੀ ਉਹ 4 ਤੋਂ 10 ਇੰਚਸ ਦੇ ਵਿਚਕਾਰ ਹੀ ਹੁੰਦੀ ਸੀ। When it fails, people have to fetch water from places 20 or 30 miles distant। ਕਹਿੰਦੇ ਜਦੋਂ ਨਹੀਂ ਹੁੰਦੀ ਸੀ ਰੇਨ ਤਾਂ ਲੋਕਾਂ ਨੂੰ 20-30 ਮਾਈਲਸ ਤੁਰ ਕੇ ਆਪਣਾ ਪਾਣੀ ਦਾ ਪ੍ਰਬੰਧ ਕਰਨਾ ਪੈਂਦਾ ਸੀ। They are forced either to migrate or face death। ਕਹਿੰਦੇ ਉਹਨਾਂ ਨੂੰ ਫੋਰਸ ਹੁੰਦੇ ਸੀ ਉਹ ਜਾਂ ਤਾਂ ਉਹ ਮਾਈਗ੍ਰੇਟ ਹੋਣ ਜਾਂ ਡੈਥ ਨੂੰ ਫੇਸ ਕਰਨ। Water can be found at a depth of 200 or 300 feet below the surface of the desert। Very often a tube well is sunk, but the water is brackish, fit neither for human consumption nor for the growth of crops। ਕਹਿੰਦੇ ਜਿਹੜਾ ਪਾਣੀ ਸੀਗਾ ਉਹ 200-300 ਫੀਟ ਨੀਚੇ ਸੀਗਾ, ਤੇ ਟਿਊਬਵੈਲ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਕਈ ਵਾਰੀ, ਪਰ ਉਹ ਕੀ ਸੀ, ਸਾਰੀ ਕੋਸ਼ਿਸ਼ਾਂ ਕਾਮਯਾਬ ਨਾ ਹੋਈਆਂ, ਕਿਉਂਕਿ ਜਿਹੜਾ ਪਾਣੀ ਸੀਗਾ ਉਹ ਸਾਲਟੀ ਸੀ, ਔਰ ਇੱਦਾਂ ਦਾ ਪਾਣੀ ਸੀ ਜਿਹੜਾ ਕਿ ਹਿਊਮਨ ਕੰਜ਼ਪਸ਼ਨ ਲੋਕਾਂ ਦੇ ਪੀਣ ਲਈ ਵੀ ਵਧੀਆ ਨਹੀਂ ਸੀ, ਤੇ ਕ੍ਰੌਪਸ ਦੀ ਗਰੋਥ ਦੇ ਲਈ ਵੀ ਵਧੀਆ ਨਹੀਂ ਸੀ। ਓਨਲੀ ਕੈਨਾਲਸ ਕੈਨ ਬ੍ਰਿੰਗ ਰਿਲੀਫ। ਕਹਿੰਦੇ ਸਿਰਫ ਨਦੀ ਬਣ ਕੇ ਹੀ ਉਹਨਾਂ ਨੂੰ ਰਿਲੀਫ ਪ੍ਰਾਪਤ ਹੋ ਸਕਦੀ ਸੀ। ਬਟ ਦੇਅਰ ਕੰਸਟਰਕਸ਼ਨ ਇਜ਼ ਐਨ ਇਮੈਂਸ ਐਂਡ ਐਕਸਪੈਂਸਿਵ ਟਾਸਕ। ਪਰ ਜਿਹੜੀ ਉਹਦੀ ਕੰਸਟਰਕਸ਼ਨ ਕਰਨਾ ਇੱਕ ਬਹੁਤ ਹੀ ਖਰਚੀਲਾ ਅਤੇ ਬਹੁਤ ਔਖਾ ਕੰਮ ਸੀ। ਸੋ ਦਿਸ ਇਜ਼ ਆਲ ਅਬਾਊਟ your 9th chapter, Gold in the North. Hope you all understand it.